देखो अवस्थी जी, ये प्योरली फिल्मी स्क्रिप्ट स्क्रिप्ट लिख के ना काम करते हैं, कोई प्रैक्टिकल ऐसी बात नहीं है। और मैं नहीं समझता कि इनके पास कोई पंजाब में ऐसा चेहरा है जो पंजाब को डेप्थ से समझ के पंजाब को आगे ले जाने में सक्सेसफुल होगा। और आई डोंट थिंक सो, क्योंकि केजरीवाल जी पहले भी यही कहते थे। पहले तो ये इवन के जब पिछली बार इलेक्शंस हुए थे तो इन्होंने पंजाब पूरे में पोस्टर लगवाए थे, हर इनके जो आपके कार्यकर्ता थे, कि विक्रम मजीठिया चिट्टा का व्यापारी है। लेकिन खुद तो माफी मांग गए। ये तो बहुत सी ऐसी चीजें करते हैं, आजकल गारंटी देनी शुरू की है। अगर ऐसा बंदा जो खुद माफी मांग जाए, उसकी कैसी गारंटी हो सकती है पंजाब में? और ऐसी जो चीजें करते हैं वो बिल्कुल बिल्कुल फेक है। इसमें मेरे को कोई ऐसी विश्वास ही नहीं है, ना कोई पंजाबी इसके ऊपर विश्वास करता है। दोस्त, फंड्स ਦੀ ਕਮੀ ਨਹੀਂ ਹੁੰਦੀ, ਕੰਮ ਕਰਨ ਦੀ ਕਮੀ ਹੁੰਦੀ ਆ। ਮੈਂ ਕਿਹਾ ਸੀ ਡੈਫੀਨੇਟਲੀ, ਮੈਂ ਵਿਧਾਨ ਸਭਾ 'ਚ ਉੱਠ ਕੇ ਕਿਹਾ ਸੀ ਕਿ ਪੰਜਾਬ ਨੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਪੋਰਟਸ ਮਹਿਕਮੇ ਨੇ, ਲੇਕਿਨ ਹੁਣ ਤੁਸੀਂ ਵੈਰੀਫਾਈ ਕਰ ਸਕਦੇ ਹੋ ਕਿ ਅਸੀਂ ਆਲਮੋਸਟ 15,000 ਬੱਚੇ ਨੂੰ ਸਪੋਰਟਸ ਕਿੱਟਾਂ ਜਿਹੜੀਆਂ ਉਹ ਲੈ ਕੇ ਦਿੱਤੀਆਂ ਹੈਗੀਆਂ। ਇਹ ਠੀਕ ਹੈ ਕਿ ਮੈਂ ਬਹੁਤ ਪਬਲਿਸਿਟੀ ਨਹੀਂ ਕਰਦਾ, ਬਟ ਜਿਹੜੀ ਈਵਨ ਕਿ ਐਜੂਕੇਸ਼ਨ ਦੇ ਵਿੱਚ ਵੀ ਸਾਡੀ ਜਿਹੜੀ ਪਲੈਨਿੰਗ ਹੈ ਕਿ 2000 ਜਿਹੜੇ ਫਿਜ਼ੀਕਲ ਐਜੂਕੇਸ਼ਨ ਟੀਚਰ ਹੈ ਜਿਹੜੇ ਅਸੀਂ ਪ੍ਰਾਇਮਰੀ ਸਕੂਲਸ ਦੇ ਵਿੱਚ, ਔਰ ਉਹਦੇ ਨਾਲ ਅਸੀਂ ਜਿਹੜੀ ਸਾਊਥ ਅਫਰੀਕਾ ਦੇ ਫਿਜ਼ੀਕਲ ਟ੍ਰੇਨਰਸ ਹੈਗੇ ਆ, ਮਾਸਟਰ ਟ੍ਰੇਨਰਸ ਹੈਗੇ ਆ, ਉਹਨਾਂ ਨਾਲ ਆਲਰੇਡੀ ਟਾਈਡ ਅਪ ਕਰ ਲਿਆ, ਤਾਂ ਕਿ ਇੱਕ ਫਿਜ਼ੀਕਲ ਟ੍ਰੇਨਰ ਜਿਹੜਾ ਉਹ 3 ਸਕੂਲਸ ਨੂੰ ਹੈਂਡਲ ਕਰੂਗਾ। ਅਸੀਂ ਲਗਭਗ 6000 ਜਿਹੜਾ ਪ੍ਰਾਇਮਰੀ ਸਕੂਲ ਹੈ ਉਹਨੂੰ ਹੈਂਡਲ ਕਰਾਂਗੇ। ਉਹਦੇ ਵਿੱਚ ਲਗਭਗ ਅਸੀਂ 5 ਤੋਂ 6 ਲੱਖ ਬੱਚਾ ਜਿਹੜਾ ਉਹਦੇ ਵਿੱਚ ਇਨਵੋਲਵ ਕਰਾਂਗੇ, ਤਾਂ ਕਿ ਉਹਦੇ ਬੇਸਿਕ ਫਿਜ਼ੀਕਲ ਪੈਰਾਮੀਟਰ ਔਰ ਉੱਥੇ ਕਿਸੇ ਤਰ੍ਹਾਂ ਦੀ ਸਪੋਰਟਸ ਇਕਵਿਪਮੈਂਟ ਦੀ, ਔਰ ਈਵਨ ਕਿ ਜਿਹੜੀਆਂ ਸਪੋਰਟਸ ਦੀਆਂ ਗਰਾਊਂਡਸ ਹੈ, ਅੱਜ ਹੁਣ ਦੁਨੀਆ ਦੇ ਉੱਤੇ ਜਿਹੜਾ ਜ਼ਮਾਨਾ ਉਹ ਹੈਗਾ ਕਿ ਛੋਟੀਆਂ ਪਲੇਗਰਾਊਂਡਸ ਲਾਈਕ 6 ਸਾਈਡ ਹਾਕੀ, 7 ਸਾਈਡ ਫੁੱਟਬਾਲ, 4 ਸਾਈਡ ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਸੋ ਦੈਟ ਕਿ ਜਿਹੜਾ ਬੱਚਾ ਆ ਉਹਦਾ ਇੰਟਰਸਟ ਲੂਜ਼ ਨਾ ਹੋ, ਔਰ ਉਹਦੇ ਜਿਹੜੇ ਫਿਜ਼ੀਕਲ ਪੈਰਾਮੀਟਰ ਹੈ ਉਹ ਅਲਟੀਮੇਟਲੀ ਅਸੀਂ ਉਹਨੂੰ ਉਸ ਲੈਵਲ ਤੱਕ ਲਿਜਾਣਾ ਚਾਹੁੰਦੇ ਹਾਂ ਜਦੋਂ ਓਲੰਪਿਕ ਦੇ ਵਿੱਚ ਜਾਂ ਜਿਹੜੇ ਮੇਜਰ ਇਵੈਂਟਸ ਹੈ ਉਹਦੇ ਵਿੱਚ ਜਿਹੜਾ ਉਹ ਮੈਡਲ ਲੈ ਕੇ ਆਵੇ। ਔਰ ਲੇਕਿਨ ਅਦਰਵਾਈਜ਼ ਜਨਰਲੀ ਉਹਦੀ ਹੈਲਥ ਜਿਹੜੀ ਆ ਉਹ ਬੈਟਰ ਹੋਵੇ। ਸਰ, ਮੇਰਾ ਦੂਜਾ ਸਵਾਲ ਹਾਇਰ ਐਜੂਕੇਸ਼ਨ ਨੂੰ ਲੈ ਕੇ ਹੈ। ਪਿਛਲੀ 4 ਤਰੀਕ ਨੂੰ ਇੱਕ ਕੈਬਨਿਟ ਮੀਟਿੰਗ ਹੋਈ ਸੀ, ਉਹਦੇ 'ਚ ਇੱਕ ਫੈਸਲਾ ਲਿਆ ਗਿਆ ਸੀ ਕਿ ਇੰਟਰਨੈਟ ਭੱਤੇ ਦੇ ਤੌਰ ਤੇ ਹਰ ਵਿਦਿਆਰਥੀ ਨੂੰ 2000 ਰੁਪਏ ਮਿਲੂਗਾ। ਕੀ ਇਹ ਜੁਮਲਾ ਸੀ? ਅਗਰ ਜੁਮਲਾ ਨਹੀਂ ਸੀ ਤਾਂ ਦਿੱਤੇ ਕਿਉਂ ਨਹੀਂ ਗਏ? ਨਹੀਂ, ਇਹਦੇ ਵਿੱਚ ਜਿਹੜੇ ਸਾਡੇ ਅਸੀਂ ਉਹ ਸਾਰਾ ਕੁਝ ਕਰ ਦਿੱਤਾ ਸੀ। ਅਸੀਂ ਉਹ ਈਵਨ ਕਿ ਜਿਹੜੇ ਫਾਈਨੈਂਸ ਨੇ ਪੈਸੇ ਵੀ ਰਿਲੀਜ਼ ਕਰ ਦਿੱਤੇ ਹੈਗੇ ਆ, ਲੇਕਿਨ ਜਿਹੜੇ ਬੱਚਿਆਂ ਦੇ ਅਕਾਊਂਟਸ ਹੈ ਉਹ ਵੈਰੀਫਾਈ ਕਰਕੇ ਹੀ ਉਹਨੂੰ ਦਿੱਤੇ ਜਾ ਸਕਦੇ ਆ। ਐਂਡ ਵੀ ਆਰ ਇਨ ਅ ਪ੍ਰੋਸੈਸ, ਉਹ ਜਿਹੜੇ ਆ ਬੱਚਿਆਂ ਦੇ ਉਹਦੇ ਵਿੱਚ ਅਕਾਊਂਟ ਦੇ ਵਿੱਚ ਜਿਹੜੇ ਉਹ ਜਾ ਰਹੇ हैं। मेरे मैडम अभी 2 सवाल हो रहे हैं क्योंकि इनके पास डिपार्टमेंट ज्यादा है। मेरे सर एजुकेशन ਨੂੰ ਲੈ ਕੇ ਹੈ ਸਵਾਲ ਕਿ 5 ਸਾਲ ਦੀ ਸਰਕਾਰ ਦੇ ਵਿੱਚ 4 ਮੰਤਰੀ ਬਦਲੇ ਜਾਂਦੇ ਨੇ। ਪਹਿਲੇ ਅਰੁਣਾ ਚੌਧਰੀ ਜੀ ਆਉਂਦੇ ਆ, ਫਿਰ ਓਪੀ ਸੋਨੀ ਜੀ ਆਉਂਦੇ ਆ, ਫਿਰ ਸਿੰਗਲਾ ਜੀ ਆਉਂਦੇ ਆ, ਹੁਣ ਤੁਸੀਂ। ਕੀ ਇਹ ਜਿਹਾ ਡਿਪਾਰਟਮੈਂਟ 'ਚ ਕਮੀਆਂ ਨੇ ਕਿ ਤੁਸੀਂ ਦੂਰ ਹੀ ਨਹੀਂ ਕਰ ਪਾ ਰਹੇ? 4 ਮੰਤਰੀ ਮਿਲ ਕੇ ਨਹੀਂ ਦੂਰ ਕੀਤੇ ਜਾ ਰਹੇ, ਵੱਲੋਂ ਨਹੀਂ ਕੀਤੀ ਗਈਆਂ। ਅੱਜ ਵੀ ਦਿੱਲੀ ਤੋਂ ਆਉਂਦੇ ਨੇ ਤੇ ਨਿਸ਼ਾਨਾ ਹੁੰਦਾ ਐਜੂਕੇਸ਼ਨ ਡਿਪਾਰਟਮੈਂਟ। ਕੀ ਇਹ ਜਿਹੀ ਕਮੀ ਜਿਹੜੀ ਤੁਸੀਂ 4 ਮੰਤਰੀ ਮਿਲ ਕੇ ਨਹੀਂ ਦੂਰ ਕਰ ਪਾਏ? ਦੇਖੋ ਦੋਸਤ, ਮੈਂ ਤਾਂ ਇਹ ਮਹਿਕਮਾ ਜਦੋਂ ਵੀ ਮੈਨੂੰ ਚਾਂਸ ਮਿਲਿਆ ਇਹ ਮੰਗ ਕੇ ਲਿਆ। ਮੰਗ ਕੇ ਇਸ ਕਰਕੇ ਲਿਆ ਕਿ ਯੈਸ, ਕੁਝ ਪ੍ਰੋਬਲਮਸ ਹੈਗੀਆਂ, ਕਿਉਂਕਿ ਸਮੇਂ-ਸਮੇਂ ਤੇ ਪਿਛਲੇ 10-12 ਸਾਲ ਦੇ ਵਿੱਚ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਕੁਝ ਇਹੋ ਜਿਹੀਆਂ ਸਕੀਮਸ ਦਿੱਤੀਆਂ ਜਿਹਦੇ ਵਿੱਚ 2 ਸਾਲ ਲਈ ਟੀਚਰ ਦੇਤਾ, ਲੇਕਿਨ 2 ਸਾਲਾਂ ਬਾਅਦ ਉਹਦੀ ਜਿਹੜੀ ਆ ਯੂਨੀਅਨ ਬਣ ਗਈ। ਬਟ ਉਹਦੇ ਵਿੱਚ ਹੋਇਆ ਕਿ ਜਿਹੜੇ ਇਹਨਾਂ ਯੂਨੀਅਨਸ ਨੇ ਹੌਲੀ ਹੌਲੀ ਰੂਲਾਂ ਦੀ ਡਿਵਰਸ਼ਨ ਕਰਵਾ ਲਈ। ਰੂਲਾਂ ਦੀ ਡਿਵਰਸ਼ਨ ਕਰਵਾ ਕੇ ਉਹ ਕਦੀ ਵੀ ਜਿਹੜੀ ਭਰਤੀ ਆ ਉਹ ਪੂਰੀ ਨਹੀਂ ਹੋ ਸਕਦੀ। ਸਾਡੇ 19,000 ਬੱਚੇ ਜਿਹੜੇ ਸਾਡੇ ਟੀਚਰ ਹੈ ਉਹ ਕਿਤੇ ਨਾ ਕਿਤੇ ਕੋਰਟਸ ਦੇ ਵਿੱਚ ਇਹਨਾਂ ਹੀ ਰੂਲਾਂ ਦੀ ਡਿਵਰਸ਼ਨ ਕਰਕੇ ਸਟਕ ਹੋਏ ਹੈਗੇ ਆ। ਔਰ ਅਸੀਂ ਹੁਣ 12,880 ਜਿਹੜੇ ਹੋਰ ਟੀਚਰਸ ਆ ਜਿਹੜੇ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਹੈਗੇ ਆ ਉਹਦੀ ਅਪਰੂਵਲ ਕਰਾਈ ਆ। ਲਗਭਗ 31,000 ਟੀਚਰ ਦਾ ਇਹ ਪ੍ਰੋਸੈਸ ਹੈਗਾ। ਔਰ ਮੈਂ ਨਹੀਂ ਸਮਝਦਾ ਕਿ ਇਹਨੂੰ 1 ਸਾਲ ਤੋਂ ਵੱਧ ਦਾ ਸਮਾਂ ਲੱਗੂਗਾ। ਮੈਨੂੰ 3 ਮਹੀਨੇ ਮਿਲੇ ਸੀ। ਮੈਂ ਵਾਪਸ ਆਣ ਕੇ ਡਿਪਾਰਟਮੈਂਟ ਵੀ ਇਹੀ ਲੈਣਾ ਹੈਗਾ
ਤਾਂ ਕਿ ਇਹਦੇ ਚ 9 ਮਹੀਨਿਆਂ ਬਾਅਦ ਮੈਂ ਇਹਦੇ ਵਿੱਚ ਕੋਈ ਕਮੀ ਪੇਸ਼ੀ ਇਹੋ ਜਿਹੀ ਨਹੀਂ ਛੱਡੂਗਾ ਜਿਹਦੇ ਨਾਲ ਜਿਹੜਾ ਅਸੀਂ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਠੀਕ ਨਾ ਕਰ ਸਕੀਏ। ਬਿਲਕੁਲ ਇਹ ਇਨ ਪਲੇਸ ਹੈਗਾ। ਔਰ ਕਈ ਵਾਰੀ ਇਹ ਤੁਹਾਡੀ ਗੱਲ ਵੀ ਠੀਕ ਹੈ ਵੀ ਕਈ ਵਾਰੀ ਜਿਹੜੇ ਪੋਲੀਟੀਕਲ ਬੰਦੇ ਆ ਉਹ ਇਹਨਾਂ ਡਿਪਾਰਟਮੈਂਟਾਂ ਤੋਂ ਝਿਜਕਦੇ ਆ, ਡਰਦੇ ਆ, ਪਰ ਆਈ ਆਲਵੇਜ਼ ਟੇਕ ਚੈਲੰਜਸ ਕਿ ਹਾਂ ਵੀ ਜਿਹੜੀ ਗੱਲ ਠੀਕ ਹੈ, ਕਿਉਂਕਿ ਜੇ ਅਸੀਂ ਐਜੂਕੇਸ਼ਨ ਸਿਸਟਮ ਨੂੰ ਠੀਕ ਨਾ ਕਰ ਸਕੇ ਤਾਂ ਫਿਰ ਮੈਨੂੰ ਲੱਗਦਾ ਕਿ ਸਾਡੇ ਪੁਲ ਜਾਂ ਸੜਕਾਂ ਬਣਾਉਣ ਦਾ ਵੀ ਬਹੁਤਾ ਫਾਇਦਾ ਨਹੀਂ ਹੁੰਦਾ। ਫਾਇਦਾ ਤਾਂ ਹੀ ਹੁੰਦਾ ਜੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਐਜੂਕੇਟ ਕਰਕੇ ਸਮੇਂ ਦਾ ਹਾਣੀ ਬਣਾ ਕੇ ਤੇ ਅੱਗੇ ਤੋਰ ਸਕੀਏ। ਗਗਨ ਜੀ, ਅਸੀਂ ਸਾਡੇ ਲਗਭਗ 3500 ਸਕੂਲਾਂ ਦੇ ਵਿੱਚ ਐਡੂਸੈਟ ਦੇ ਥਰੂ ਅਸੀਂ ਕਮਿਊਨੀਕੇਟ ਵੀ ਕਰ ਸਕਦੇ ਹਾਂ, ਔਰ ਬਾਕੀਆਂ ਨੂੰ ਅਸੀਂ ਆਨਲਾਈਨ ਜਿਹੜਾ ਆ ਉਹ, ਕਿਉਂਕਿ ਜਿਹੜਾ ਪਿਛਲਾ ਸਮਾਂ ਸੀ ਜਿਹਦੇ ਵਿੱਚ ਕੋਵਿਡ ਦਾ ਜਿਹੜਾ ਉਹ ਸਮਾਂ ਸੀਗਾ ਉਹਦੇ ਵਿੱਚ ਬਹੁਤ ਚੀਜ਼ਾਂ ਚੰਗੀਆਂ ਵੀ ਹੋਈਆਂ, ਬਹੁਤ ਚੀਜ਼ਾਂ ਮਾੜੀਆਂ ਵੀ ਹੋਈਆਂ, ਜਿਹਦੇ ਵਿੱਚ ਅਸੀਂ ਆਨਲਾਈਨ ਕੀਤਾ ਹੈਗਾ। ਈਵਨ ਐਜੂਸੈਟ ਦੇ ਥਰੂ ਅਸੀਂ ਜਦੋਂ ਜਿਹੜਾ 4 ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜਿਹੜਾ ਹਫਤਾ ਮਨਾਇਆ ਜਾਂਦਾ, ਅਸੀਂ ਉਹਦੇ ਵਿੱਚ ਵੀ ਅਲੱਗ-ਅਲੱਗ ਸ਼ਖਸੀਅਤਾਂ ਨੂੰ ਲਿਆ ਕੇ ਜਿਹੜਾ ਬੱਚਿਆਂ ਨੂੰ ਐਡਰੈਸ ਕਰਵਾਇਆ ਸੀ। ਔਰ ਇਸੇ ਤਰ੍ਹਾਂ ਅਸੀਂ ਲਾਈਨ ਅਪ ਕੀਤਾ ਹੈਗਾ ਅਲੱਗ-ਅਲੱਗ ਐਕਸਪਰਟਸ ਨੂੰ, ਔਰ ਅਸੀਂ ਤਾਂ ਕਿ ਅਸੀਂ ਜਿਹੜੀ ਵੀ ਨੌਲੇਜ ਦੀ ਜ਼ਰੂਰਤ ਹੈਗੀ ਬੱਚਿਆਂ ਨੂੰ, ਉਹਨਾਂ ਨੂੰ ਐਨਹਾਂਸ ਕਰ ਸਕੀਏ। ਈਵਨ ਕਿ ਜਿਹੜੇ ਸਾਡੇ ਟੀਚਰਸ ਹੈਗੇ ਆ ਉਹਨਾਂ ਨੂੰ ਵੀ ਉਹਦੇ ਤੇ ਟ੍ਰੇਨ ਕੀਤਾ ਜਾਂਦਾ, ਔਰ ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਕਰਕੇ ਇਹਨੂੰ ਬਿਲਕੁਲ ਆਪਟੀਮਮ ਜਿਹੜੇ ਲੈਵਲ ਤੇ ਯੂਜ਼ ਤੇ ਲੈ ਕੇ ਆਵਾਂਗੇ। ਅਸੀਂ ਇਹਨੂੰ ਕੋਈ, ਕਿਉਂਕਿ ਜਿਹੜਾ ਉਸ ਮਾਈਂਡ ਨਾਲ, ਉਸ ਨਜ਼ਰੀਏ ਨਾਲ ਇਸ ਟੈਕਨੋਲੋਜੀ ਦਾ ਯੂਜ਼ ਕਰਨਾ ਹੈਗਾ, ਬਿਲਕੁਲ ਅਸੀਂ ਕਰਾਂਗੇ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹਦੇ ਤੋਂ ਬੈਨੀਫਿਟਡ ਹੋ ਕੇ ਤੇ ਅੱਗੇ ਜਿਹੜਾ ਉਹ ਵੱਧ ਸਕਣ। ਸਰ, ਮੈਂ ਇਹਦੇ ਨਾਲ ਤੁਹਾਡੇ ਨਾਲ ਸਹਿਮਤ ਹਾਂ, ਬਟ ਮੈਨੂੰ ਲੱਗਦਾ ਕਿ ਮੈਨੂੰ ਹੋਰ 9 ਮਹੀਨੇ ਲੱਗਣੇ ਆ। 3 ਮਹੀਨੇ ਤੁਸੀਂ ਮੈਨੂੰ ਦੇ ਦਿੱਤੇ ਆ, 9 ਮਹੀਨੇ ਤੁਸੀਂ ਮੈਨੂੰ ਹੋਰ ਦੇਣੇ ਆ, ਔਰ 9 ਮਹੀਨਿਆਂ ਤੋਂ ਬਾਅਦ ਇਹਦੇ ਵਿੱਚ ਜੇ ਇੱਕ ਵੀ ਪ੍ਰੋਬਲਮ ਰਹਿ ਜੂਗੀ ਤੇ ਮੈਂ ਫਿਰ ਉਹਦਾ ਦੇਣਦਾਰ ਹੋਊਂਗਾ, ਤੁਹਾਡਾ ਸਾਰੇ ਪੰਜਾਬੀਆਂ ਦਾ ਦੇਣਦਾਰ ਹੋਊਂਗਾ, ਕਿਉਂਕਿ ਪ੍ਰੋਬਲਮ ਹੈਗੀ ਆ ਲੇਕਿਨ ਉਹਦਾ ਸੋਲੂਸ਼ਨ ਵੀ ਤੁਹਾਨੂੰ ਸਾਹਮਣੇ ਆਣ ਕੇ ਕੱਢਣਾ ਪਊਗਾ। ਤੁਸੀਂ ਰੋਜ਼ ਇਦਾਂ ਦੀ ਗੱਲ ਨਹੀਂ ਕਰ ਸਕਦੇ ਕਿ ਹਾਂਜੀ ਆਹ ਠੀਕ ਹੋ ਜਾਊਗਾ, ਆਹ ਠੀਕ ਹੋ ਜਾਊਗਾ। ਮੈਂ ਦੱਸਿਆ ਵੀ 31,000 ਟੀਚਰਾਂ ਦੀ ਭਰਤੀ ਜਿਹੜੀ ਆ ਉਹ ਇਨ ਪ੍ਰੋਸੈਸ ਦੇ ਵਿੱਚ ਹੈਗੀ ਆ, ਜਿਹਦੇ ਵਿੱਚੋਂ ਲਗਭਗ 19,000 ਟੀਚਰ ਜਿਹੜੇ ਆ ਉਹ ਡਿਫਰੈਂਟ ਸਿਸਟਮ ਕਰਕੇ ਉਹ ਕੋਰਸ ਦੇ ਵਿੱਚ ਹੈਗੇ ਆ। ਮੈਂ ਸਾਰਿਆਂ ਨਾਲ, ਜਿੰਨੀਆਂ ਯੂਨੀਅਨ ਹੈਗੀਆਂ ਉਹਨਾਂ ਸਾਰਿਆਂ ਨਾਲ ਗੱਲ ਕਰਕੇ 10-10 ਵਾਰੀ ਮੀਟਿੰਗਾਂ ਕਰਕੇ ਇੱਕੋ ਨਤੀਜੇ ਤੇ ਪਹੁੰਚਾਂ ਕਿ ਅੱਜ ਦੇ ਜੋ ਰੂਲ ਹੈਗੇ ਆ ਉਹਦੇ ਮੁਤਾਬਕ ਹੀ ਸਾਨੂੰ ਭਰਤੀ ਕਰਨੀ ਪਊਗੀ। ਰੂਲਾਂ ਤੋਂ ਡਿਵਰਟ ਕਰਕੇ ਨਾ ਤੁਸੀਂ ਕਰਵਾ ਸਕਦੇ ਆ, ਨਾ ਮੈਂ ਕਰਵਾ ਸਕਦਾ, ਨਾ ਕੋਈ ਹੋਰ ਕਰਵਾ ਸਕਦਾ, ਕਿਉਂਕਿ ਦੇयर ਇਜ਼ ਅ ਲਾਅ ਆਫ ਦਾ ਲੈਂਡ। ਸੋ ਉਹ ਸਮੇਂ-ਸਮੇਂ ਤੇ ਡਿਵਰਸ਼ਨਸ ਹੋਈਆਂ ਆ, ਔਰ ਉਹ ਹੋਈਆਂ ਇਸ ਕਰਕੇ ਹੀ ਆ ਵੀ ਅਸੀਂ ਉਹਦੇ 'ਚ ਟੈਂਪਰੇਰੀ ਅਰੇਂਜਮੈਂਟਸ ਕੀਤੇ ਆ। ਮੈਂ ਟੈਂਪਰੇਰੀ ਅਰੇਂਜਮੈਂਟਸ ਦੇ ਕਰਨ ਦੇ ਹੱਕ 'ਚ ਹੀ ਨਹੀਂ ਹੈ। ਮੈਂ ਜੇ ਟੈਂਪਰੇਰੀ ਅਰੇਂਜਮੈਂਟਸ ਕਰਨੇ ਹੁੰਦੇ ਤਾਂ ਹੋ ਸਕਦਾ ਮੈਂ ਅੱਜ ਤੋਂ ਮਹੀਨਾ, 1.5 ਮਹੀਨਾ ਪਹਿਲਾਂ ਇਹ ਕਰ ਦਿੰਦਾ, ਪਰ ਮੈਂ ਜੋ ਅੱਜ ਤੱਕ ਕਿਹਾ ਉਹੋ ਹੀ ਕੀਤਾ ਹੈਗਾ। ਔਰ ਈਵਨ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਅਸੀਂ 1158 ਅਸਿਸਟੈਂਟ ਲੈਕਚਰਰ ਜਿਹੜੇ ਆ ਉਹ ਭਰਤੀ ਕੀਤੇ ਆ, ਜਿਹਦੀਆਂ 650 ਲੈਕਚਰਰ ਜਿਹੜੇ ਹੈਗੇ ਆ ਉਹਨਾਂ ਦੀ ਅਪਾਇੰਟਮੈਂਟਸ ਹੋ ਗਈ ਸੀ, ਲੇਕਿਨ ਉਹਦੇ ਤੋਂ ਬਾਅਦ ਕੋਈ ਬੰਦਾ ਕੋਰਟ 'ਚ ਚਲੇ ਗਿਆ। ਹੁਣ ਉਹਦੀ ਬੇਸਿਕਲੀ 4 ਫਰਵਰੀ ਡੇਟ ਹੈਗੀ ਆ, ਲੇਕਿਨ ਐਟ ਦਾ ਸੇਮ ਟਾਈਮ ਉਹਦੇ ਵਿੱਚ ਸਿਰਫ ਅਸੀਂ ਜਿਹੜੇ 20 ਤੋਂ 25 ਸਾਲ ਜਿਨ੍ਹਾਂ ਲੈਕਚਰਰ ਨੂੰ ਪੜ੍ਹਾਉਂਦਿਆਂ ਹੋ ਗਏ ਸੀ ਉਹਨਾਂ ਨੂੰ ਅਸੀਂ 5% ਐਕਸਟਰਾ ਮਾਰਕਸ ਦਿੱਤੇ ਸੀ। ਜੋ ਉਹ ਕੋਰਟ ਨੇ ਕਿਹਾ ਵੀ ਇਹ ਤੁਸੀਂ ਦੇ ਨਹੀਂ ਸਕਦੇ, ਸਾਰਿਆਂ ਨੂੰ ਬੱਚਿਆਂ ਨੂੰ ਐਟ ਲੈਵਲ ਪਾਰ ਲੈ ਕੇ ਆਉਣਾ ਜਿਹੜਾ ਉਹ ਤੁਹਾਨੂੰ ਪਊਗਾ। ਸੋ ਅਸੀਂ ਉਹ ਵੀ ਕਰ ਲਿਆ ਹੈਗਾ, ਔਰ ਮੈਂ ਸਮਝਦਾ ਕਿ ਇਹ ਦੋਨੇ ਜਿਹੜੀਆਂ ਅਸੀਂ ਪੈਰਲਲ ਚਲਾ ਕੇ ਦੀ, ਈਵਨ ਕਿ ਅਸੀਂ ਇੱਥੋਂ ਤੱਕ ਵੀ ਕੀਤਾ ਕਿ ਜਿਹੜੇ ਹਾਇਰ ਐਜੂਕੇਸ਼ਨ ਦੇ ਵਿੱਚ ਬੱਚੇ ਆਉਂਦੇ ਆ ਉਹਨਾਂ ਦੇ ਜਿਹੜੇ ਟੀਚਰਸ ਹੈਗੇ ਆ ਉਹਨਾਂ ਨੇ ਵੀ ਕੁਝ ਦੱਸਿਆ ਕਿ ਤੁਹਾਡੀਆਂ ਈਵਨ ਕਿ ਸਕੂਲ ਐਜੂਕੇਸ਼ਨ ਦੇ ਵਿੱਚ ਇਹੋ ਜਿਹੇ ਪੈਰਾਮੀਟਰਸ ਹੋਣੇ ਚਾਹੀਦੇ ਤਾਂ ਕਿ ਇਹਦਾ ਇਸ ਲੈਵਲ ਤੇ ਸਾਡੇ ਕੋਲ ਆਵੇ ਤਾਂ ਅਸੀਂ ਫਰਦਰ ਅੱਗੇ ਲੈ ਕੇ ਜਾ ਸਕਦੇ ਹਾਂ। ਸੋ ਉਹਦੇ ਲਈ ਅਸੀਂ ਕਮੇਟੀਆਂ ਦੀ ਫਾਰਮੇਸ਼ਨ ਕੀਤੀ ਆ, ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਉਹਨੂੰ ਅਸੀਂ ਬਿਲਕੁਲ ਬਿਹਤਰ ਤਰੀਕੇ ਨਾਲ ਸਮੇਂ ਦਾ ਹਾਣੀ ਬਣਾ ਕੇ ਪੰਜਾਬ ਨੂੰ ਐਜੂਕੇਸ਼ਨ ਦੇ ਵਿੱਚ, ਕਿਉਂਕਿ ਪੰਜਾਬ ਹਮੇਸ਼ਾ ਮੋਹਰੀ ਰਿਹਾ, ਅਸੀਂ ਉਹਨੂੰ ਮੋਹਰੀ ਬਣਾਵਾਂਗੇ। ਯਾਰ ਦੇਖੋ, ਸਾਡੇ ਪ੍ਰਧਾਨ ਹੈ, ਮੇਰਾ ਦੋਸਤ ਹੈ, ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈ, ਕਿਉਂਕਿ ਦੇਖੋ ਜਦੋਂ ਵੀ ਡਿਸਕਸ਼ਨ ਹੁੰਦੀ ਹੈ ਜਾਂ ਜਦੋਂ ਵੀ ਜਿਹੜੀ ਚੀਜ਼ ਹੁੰਦੀ ਹੈ ਵੀ ਆਲਵੇਜ਼ ਡਿਸਕਸ। ਐਂਡ ਤੁਸੀਂ ਅਗਲਾ ਸਵਾਲ ਮੇਰਾ ਖਿਆਲ ਹੈ ਕੋਈ ਨਾ ਕੋਈ ਪੱਤਰਕਾਰ ਜ਼ਰੂਰ ਮੈਨੂੰ ਕਰੂਗਾ, ਬਟ ਮੈਂ ਇਹ ਸਮਝਦਾ ਕਿ ਇਹ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ ਇਹਦੇ ਲਈ ਚੰਗੀਆਂ ਚੀਜ਼ਾਂ ਹੈਗੀਆਂ।
ਈਵਨ ਕਿ ਇਹ ਠੀਕ ਹੈ ਕਿ ਸਾਨੂੰ ਇੰਨਾ ਪਬਲਿਕ ਪਲੇਟਫਾਰਮ ਤੇ ਨਹੀਂ ਆਉਣਾ ਚਾਹੀਦਾ ਜਿੰਨਾ ਅਸੀਂ ਕਈ ਵਾਰੀ ਆ ਜਾਂਦੇ ਆ। ਮੈਂ ਵੀ ਕਈ ਵਾਰੀ ਇਦਾਂ ਦੀਆਂ ਜਿਹੜੀਆਂ ਉਹ ਕਈ ਵਾਰੀ ਕਰਦਾ ਗੱਲਾਂ, ਬਟ ਐਟ ਦਾ ਸੇਮ ਟਾਈਮ ਮੈਨੂੰ ਐ ਲੱਗਦਾ ਹੁੰਦਾ ਕਿ ਯਾਰ ਜਦੋਂ ਵੀ ਤੁਸੀਂ ਡਿਸਕਸ ਕਰੋ, ਜਦੋਂ ਗਲਤੀਆਂ, ਕਿਉਂਕਿ ਇਨਸਾਨ ਗਲਤੀਆਂ ਕਰ ਸਕਦਾ, ਔਰ ਜਦੋਂ ਵੀ ਕਿਤੇ ਮੀਟਿੰਗਸ ਹੁੰਦੀਆਂ, ਜਦੋਂ ਵੀ ਕਿਤੇ ਡਿਸਕਸ਼ਨਸ ਹੁੰਦੀਆਂ, ਉਹਦੇ ਵਿੱਚ ਤੁਸੀਂ ਆਪਣੀ ਗੱਲ ਕਹਿਣ ਦੀ ਜੁਰਤ ਰੱਖਣੀ ਚਾਹੀਦੀ ਆ। ਇਹ ਕਿਤੇ ਹੈਗਾ ਕਿ ਜਿਹੜੀਆਂ ਬਾਕੀ ਪੋਲੀਟੀਕਲ ਪਾਰਟੀਆਂ, ਮੈਨੂੰ ਕੋਈ ਵੀ ਦੱਸ ਦਿਓ ਵੀ ਜਿਹੜਾ ਉਹਨਾਂ ਦਾ ਬੌਸ ਹੋਵੇ ਉਹ ਕਿਤੇ ਕੋਈ ਓਪਨਲੀ ਗੱਲ ਕਹਿ ਸਕੇ ਵੀ ਹਾਂ ਵੀ ਆਹ ਗੱਲ ਇਦਾਂ ਨਹੀਂ ਜਾਂ ਇਦਾਂ ਹੈਗੀ ਆ। ਸੋ ਸਾਡੇ ਵਿੱਚ ਕੋਈ ਇਦਾਂ ਦੇ ਡਿਫਰੈਂਸਸ ਨਹੀਂ ਹੈਗੇ, ਔਰ ਹਮੇਸ਼ਾ ਜਿਹੜੀ ਆ ਉਹ ਪੰਜਾਬ ਦੀ ਬਿਹਤਰੀ ਲਈ ਕੰਮ ਕਰਦੇ ਰਹੇ ਔਰ ਕੰਮ ਕਰਦੇ ਰਹਿਣਾ। ਨਹੀਂ, ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ, ਕਿਉਂਕਿ ਅਸੀਂ ਬਿਲਕੁਲ ਇੱਕ ਸੁਰ, ਇੱਕ ਟੋਨ, ਇੱਕ ਤਾਲ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਮੈਂ ਤਾਂ ਇਸੇ ਕਰਕੇ ਕਿਹਾ ਕਿ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਨਹੀਂ ਹੈਗੀ। ਸੋ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਹੜਾ ਵਿਨੇਬਿਲਿਟੀ ਕ੍ਰਾਈਟੇਰੀਆ ਹੈਗਾ ਉਹਦੇ ਤੇ ਹੀ ਜਿਹੜਾ ਪਾਰਟੀ ਜਿਹੜੀ ਉਹ ਸਟ੍ਰੈਸ ਕਰ ਰਹੀ ਹੈ। ਔਰ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਜੈਨੂਅਨ ਕੈਂਡੀਡੇਟਸ ਹੈ, ਇਹ ਠੀਕ ਹੈ ਕਿ ਜਦੋਂ ਪਾਰਟੀ ਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਜਿਹੜੀਆਂ ਸੀਟਾਂ ਸਾਡੀਆਂ ਵੱਧ ਆ ਰਹੀਆਂ ਹੈਗੀਆਂ ਤੇ ਉਹਦੇ ਵਿੱਚ ਕਿਤੇ ਕੋਈ ਬੈਲੈਂਸ, ਭਾਵੇਂ ਕੋਈ ਮਾੜਾ ਮੋਟਾ ਇੱਧਰ ਉੱਧਰ ਦਾ ਹੋ ਸਕਦਾ, ਕਿਉਂਕਿ ਸਾਡੀਆਂ ਸੀਟਾਂ ਵੱਧ ਆ ਰਹੀਆਂ ਹੈਗੀਆਂ। ਜਿਹੜੀਆਂ ਇਹ ਸਰਵੇ ਵਗੈਰਾ ਦਿਖਾਏ ਜਾ ਰਹੇ ਆ, ਇਹ ਗਰਾਊਂਡ ਰਿਐਲਿਟੀ ਤੋਂ ਬਹੁਤ ਦੂਰ ਹੈਗੇ ਆ। ਦੇਖੋ ਅੱਜ ਲੋਕਾਂ ਦੇ ਵਿੱਚ ਜਿਹੜਾ 111 ਦਿਨ ਦਾ ਵਿਸ਼ਵਾਸ ਬਣਿਆ, ਦੇਖੋ ਮੈਂ ਜਿਹੜੀ ਗੱਲ ਈਵਨ ਕੈਪਟਨ ਸਾਹਿਬ ਨੇ ਵੀ ਚੰਗੀ ਕੀਤੀ ਆ, ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਹੈ, ਜੇ ਐਜੂਕੇਸ਼ਨ ਦੀ ਗੱਲ ਕਰ ਲਵਾਂ, 23ਵੇਂ ਸਥਾਨ ਤੋਂ ਪਹਿਲੇ ਸਥਾਨ ਤੇ ਆਇਆ ਹੈਗਾ। ਉਹ ਬੇਸਿਕਲੀ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਹੈਗਾ ਉਹਦੇ ਵਿੱਚ। ਮੈਂ ਡਿਫਰੈਂਸ ਆਫ ਓਪੀਨੀਅਨ ਬਹੁਤ ਰੱਖਦਾ, ਬਟ ਐਟ ਦਾ ਸੇਮ ਟਾਈਮ ਜਿਹੜੀ ਕੋਈ ਚੰਗੀ ਚੀਜ਼ ਹੋਵੇ, ਕਿਸੇ ਦੀ ਵੀ ਕੀਤੀ ਹੋਵੇ, ਈਵਨ ਕਿ ਬੀਬੀ ਉਪਿੰਦਰਜੀਤ ਕੌਰ ਅਕਾਲੀ ਮਿਨਿਸਟਰ ਸੀਗੇ ਐਜੂਕੇਸ਼ਨ, ਉਹਨਾਂ ਨੇ ਵੀ ਉਹਦੇ ਵਿੱਚ ਬਦਲਾਅ ਉਸ ਸਮੇਂ ਤੇ ਲਿਆਂਦਾ ਸੀਗਾ। ਜਿਹੜੀ ਚੰਗੀ ਚੀਜ਼ ਕੀਤੀ ਹੈ ਉਹ ਚੰਗੀ ਚੀਜ਼ ਕੀਤੀ ਹੈਗੀ ਆ। ਬਟ ਐਟ ਦਾ ਸੇਮ ਟਾਈਮ ਜਦੋਂ ਅਸੀਂ ਪਿਛਲੇ 11 ਮਹੀਨਿਆਂ ਨੂੰ ਜਿਹੜੀ ਮੇਜਰ ਇਸ਼ੂਜ਼ ਹੈਗੇ ਆ, ਅਸੀਂ 3 ਰੁਪਏ ਬਿਜਲੀ ਸਸਤੀ ਕਰਵਾਈ ਆ ਉਹਨਾਂ ਜਿਹੜੀਆਂ ਕੰਪਨੀਆਂ ਕੋਲੋਂ, ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਐਗਰੀਮੈਂਟ ਰਿਹਾ ਉਹਨਾਂ ਨੂੰ ਕੈਂਸਲ ਕਰਕੇ, ਔਰ ਉਹ 3 ਰੁਪਏ ਜਿਹੜੇ ਆ ਗਰਾਊਂਡ ਲੈਵਲ ਤੇ ਤੁਸੀਂ ਕਿਸੇ ਦਾ ਵੀ ਬਿੱਲ ਮੰਗਾ ਕੇ ਤੁਸੀਂ ਉਹਦਾ ਚੈੱਕ ਕਰਾ ਕੇ ਉਹਨੂੰ ਦੇਖ ਸਕਦੇ ਹੋ ਕਿ ਉਹ 3 ਰੁਪਏ ਦਾ ਲਾਭ ਜਿਹੜਾ ਪਰ ਯੂਨਿਟ ਦਾ ਉਸ ਕੰਜ਼ਿਊਮਰ ਨੂੰ। ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਲਈ ਲੜਦਾ ਰਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ 25 ਸਾਲ ਪੰਜਾਬ ਨੂੰ ਬਿਜਲੀ ਦੀਆਂ ਤਾਰਾਂ ਨਾਲ ਹਰ ਬੰਦੇ ਨੂੰ ਬੰਨ੍ਹ ਦਿੱਤਾ। ਉਹ 3 ਰੁਪਏ ਸਸਤਾ ਜਿਹੜਾ ਹੋਇਆ ਹੈਗਾ, ਉਹ ਸਾਡੀ ਸਰਕਾਰ ਦੀ ਦੇਣ ਹੈ, ਖਾਸ ਕਰਕੇ ਪਿਛਲੇ 111 ਦਿਨ ਦੇ ਵਿੱਚ। ਔਰ ਉਹਦੇ ਨਾਲ ਜਿਹੜਾ ਰੇਤਾ ਉਹ 5.5 ਰੁਪਏ ਸਸਤਾ ਹੋਇਆ। ਮੈਂ ਨਹੀਂ ਕਹਿੰਦਾ ਕਿ ਉਹ 100% ਅਸੀਂ ਉਸ ਮਾਫੀਆ ਨੂੰ ਰਿਮੂਵ ਕਰਨ 'ਚ ਸਕਸੈਸਫੁਲ ਹੋਏ ਆ, ਉਹਦੇ ਵਿੱਚ ਮੈਂ ਸਮਝਦਾ ਪ੍ਰੋਬਲਮਸ ਹੈਗੀਆਂ, ਲੇਕਿਨ ਅਸੀਂ ਬਹੁਤ ਹੱਦ ਤੱਕ ਜਿਹੜਾ ਉਹਦੇ ਵਿੱਚ ਜਿਹੜਾ ਉਹ ਕਾਮਯਾਬ ਵੀ ਹੋਏ ਆ। ਤੀਸਰਾ ਸੀਗਾ ਖਾਸ ਕਰਕੇ ਬੇਅਦਬੀਆਂ ਦਾ ਜਿਹੜਾ ਇਸ਼ੂ, ਬੇਅਦਬੀਆਂ ਦੇ ਇਸ਼ੂ ਦੇ ਵਿੱਚ ਬਹੁਤ ਸਮੇਂ ਲਟਕਣ ਕਰਕੇ ਜਿਹੜੇ ਇਸ਼ੂ ਹੈਗੇ ਆ, ਉਹਦੇ ਵਿੱਚ ਜੋ ਵੀ ਰੈਮਡੀਜ਼ ਲਈਆਂ ਜਾ ਸਕਦੀਆਂ ਸੀ ਉਹ ਅਸੀਂ ਲਈਆਂ ਹੈਗੀਆਂ, ਔਰ ਉਹਦੇ ਵਿੱਚ ਕੁਝ ਅਰੈਸਟ ਵੀ ਹੋਈਆਂ, ਕੁਝ ਚਲਾਨ ਵੀ ਪੇਸ਼ ਹੋਏ ਆ, ਔਰ ਉਹ ਕੋਰਟ ਦੇ ਵਿੱਚ ਜਿਹੜਾ ਪ੍ਰੋਸੈਸ ਜਿਹੜਾ ਉਹ ਜਾ ਰਿਹਾ ਹੈਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਦਾ ਕੌਨਫੀਡੈਂਸ ਬਿਲਡਅਪ ਹੋਇਆ ਇਸ ਸਰਕਾਰ ਦੇ ਵਿੱਚ, ਕਿਉਂਕਿ ਨਹੀਂ ਤਾਂ ਦੋ ਘਰਾਣੇ ਜਿਹੜੇ ਆ ਉਹ ਹਮੇਸ਼ਾ ਇੱਕ ਦੂਸਰੇ ਨਾਲ, ਮੈਂ ਕਿਉਂ ਕਹਿੰਦਾ ਸੀਗਾ ਕਿ ਡਿਜ਼ਾਈਨਡ ਬਾਈ ਬੀਜੇਪੀ, ਐਗਜ਼ੀਕਿਊਟਡ ਬਾਈ ਕੈਪਟਨ ਅਮਰਿੰਦਰ ਸਿੰਘ ਐਂਡ ਸਪੋਰਟਡ ਬਾਈ ਸਰਦਾਰ ਸੁਖਬੀਰ ਸਿੰਘ ਬਾਦਲ, ਉਸ ਘਰਾਣਿਆਂ ਚੋਂ ਕੱਢ ਕੇ ਅਸੀਂ ਆਮ ਲੋਕਾਂ ਦੇ ਵਿੱਚ ਸਰਕਾਰ ਲੈ ਕੇ ਆਂਦੀ ਆ। ਇਹਦਾ ਕੌਨਫੀਡੈਂਸ ਜਿਹੜਾ ਉਹ ਸਾਨੂੰ ਵੀ ਹੈਗਾ, ਲੋਕਾਂ ਨੂੰ ਵੀ ਹੈਗਾ। ਇਸੇ ਕਰਕੇ ਲੋਕ ਜਿਹੜੀ ਆ ਤਤਪਰ ਹੈ ਕਿ ਦੂਸਰੀ ਵਾਰੀ ਜਿਹੜੀ ਸਰਕਾਰ ਆ ਉਹ ਕਾਂਗਰਸ ਦੀ ਬਣਾਈ ਜਾਵੇ। ਦੇਖੋ ਮੈਂ ਇਹ ਸਮਝਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੀ ਇੱਕ ਸਿਸਟਮ ਦੀ ਗੱਲ ਕੀਤੀ ਆ, ਮੈਂ ਅਦਰਵਾਈਜ਼ ਗੱਲ ਨਹੀਂ ਕੀਤੀ, ਕਿਉਂਕਿ ਡਿਮਾਂਡ ਐਂਡ ਸਪਲਾਈ ਸਾਡੇ ਇਹ ਪੈਰਾਮੀਟਰ ਜਿਹੜੇ ਹੈਗੇ ਆ, ਕਿਉਂਕਿ ਸਭ ਤੋਂ ਬੈਸਟ ਰੈਮਡੀ ਜਿਹੜੀ ਆ ਉਹ ਸਪੋਰਟਸ ਹੈ ਕਿ ਯੂਥ ਨੂੰ ਅਸੀਂ ਸਪੋਰਟਸ ਵੱਲ ਨੂੰ ਜਿੰਨਾ ਵੱਧ ਲਾ ਸਕਦੇ ਆ ਉਨਾ ਅਸੀਂ ਲਾਈਏ। ਜਿੰਨਾ ਸਾਨੂੰ ਕੰਮ ਕਰਨਾ ਚਾਹੀਦਾ ਸੀ ਸ਼ਾਇਦ ਅਸੀਂ ਉਨਾ ਨਹੀਂ ਕਰ ਸਕੇ, ਬਟ ਯੈਸ ਡੈਫੀਨੇਟਲੀ ਵੀ ਆਰ ਕਮਿਟਡ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੇ ਵੱਧ ਤੋਂ ਵੱਧ ਕੰਮ ਕਰਾਂਗੇ, ਕਿਉਂਕਿ ਇਹ ਐਡਮਿਨਿਸਟ੍ਰੇਟਿਵ ਕੰਮ ਸੋਸ਼ਲ ਪ੍ਰੋਬਲਮ ਹੈ, ਇਹ ਕੱਲੀ ਐਡਮਿਨਿਸਟ੍ਰੇਟਿਵ ਪ੍ਰੋਬਲਮ ਨਹੀਂ। ਐਡਮਿਨਿਸਟ੍ਰੇਟਿਵ ਦੇ ਵਿੱਚ ਜੋ ਪੈਰਾਮੀਟਰ ਸਾਨੂੰ ਲੈਣੇ ਚਾਹੀਦੇ ਸੀ, ਮੈਨੂੰ ਲੱਗਦਾ ਕਿ ਸਾਡੇ ਹੋਮ ਮਿਨਿਸਟਰ ਸਾਹਿਬ ਨੇ, ਸਾਡੇ ਚੀਫ ਮਿਨਿਸਟਰ ਸਾਹਿਬ ਨੇ ਬੈਟਰ ਆਨਸਰ ਤਾਂ ਉਹ ਕਰ ਸਕਦੇ, ਕਿਉਂਕਿ ਉਹਨਾਂ ਨੇ ਫਾਈਲਾਂ ਦੇਖੀਆਂ,
ਬਟ ਮੈਨੂੰ ਜਿੰਨੀ ਕੁ ਗੱਲ ਬਾਹਰੋਂ ਸਮਝ ਆਉਂਦੀ ਆ, ਕਿਉਂਕਿ ਜਿੱਥੇ ਪਰਚਾ ਦਰਜ ਕਰਨ ਦੀ ਸੀ ਪਰਚਾ ਦਰਜ ਵੀ ਕੀਤਾ, ਸਟ੍ਰਿਕਟ ਐਕਸ਼ਨ ਵੀ ਲਏ, ਲੇਕਿਨ ਹੋਰ ਕਰਨ ਦੀ ਜ਼ਰੂਰਤ ਹੈ, ਹੋਰ ਇਹਨੂੰ ਯੂਥ ਨੂੰ ਚੰਗੇ ਪਾਸੇ ਤੋਰਨ ਦੀ ਜ਼ਰੂਰਤ ਹੈ। ਦੇਖੋ ਮੈਂ ਵੈਸੇ ਹੀ ਜੇ ਮੈਨੂੰ ਕੋਈ ਪਰਸਨਲੀ ਪੁੱਛੇ, ਮੈਂ ਇਹ ਸਿੰਗਲ ਮੈਨ ਡੈਮੋਕ੍ਰੇਸੀ ਦੇ ਅਗੇਂਸਟ ਹੈ, ਕਿਉਂਕਿ ਦੁਨੀਆ ਦੇ ਉੱਤੇ, ਕਿਉਂਕਿ ਚੀਫ ਮਿਨਿਸਟਰ ਇਜ਼ ਵਨ ਆਫ ਦਾ ਮਿਨਿਸਟਰ ਐਂਡ ਹੀ ਇਜ਼ ਵਨ ਆਫ ਦਾ MLAs। ਮੈਂ ਫਰਮ ਬਲੀਵਰ ਹੈ ਟੀਮ ਦੇ ਵਿੱਚ, ਕਿ ਟੀਮ ਜਿਹੜੀ ਆ ਉਹ ਅੱਗੇ ਲਿਜਾ ਸਕਦੀ ਆ ਸਿਸਟਮ ਨੂੰ, ਟੀਮ ਹੀ ਅੱਗੇ ਬਿਹਤਰੀ ਨਾਲ ਕੰਮ ਕਰ ਸਕਦੀ, ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ। ਮੈਂ ਹਮੇਸ਼ਾ ਇੱਕ ਗੱਲ ਇਹ 10 ਸਾਲਾਂ 'ਚ ਮੈਨੂੰ ਸਿੱਖਣ ਨੂੰ ਮਿਲੀ ਆ, ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਆ, ਔਰ ਉਹਦੇ ਉੱਤੇ ਪਹਿਰਾ ਦੇਣ ਦੀ ਵੀ ਕੋਸ਼ਿਸ਼ ਕੀਤੀ ਆ। ਮੈਂ ਹੁਣ ਵੀ ਫਰਮ ਬਲੀਵਰ ਹੈ ਕਿ ਇਟ ਹੈਜ਼ ਟੂ ਬੀ ਅ ਟੀਮ। ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਵੀ ਚਲੋ ਪਾਰਟੀ ਜਾਂ ਜਿਹੜਾ ਵੀ MLAs ਜਿਹੜੇ ਵੀ ਉਹ ਸੋਚਣ ਕਿ ਹਾਂ ਵੀ ਸਾਨੂੰ ਆਹ ਬੰਦਾ ਕੈਪਟਨ ਚਾਹੀਦਾ, ਸਾਨੂੰ ਆਹ ਬੰਦਾ ਲੀਡ ਕਰੇ, ਦੈਟਸ ਓਕੇ, ਬਟ ਐਟ ਦਾ ਸੇਮ ਟਾਈਮ ਇਹੋ ਜਿਹਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਜਿੱਥੇ ਐ ਲੱਗੇ। ਐਕਚੁਅਲੀ ਬਾਜਵਾ ਜੀ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ, ਜਦੋਂ ਕੋਰੀਡੋਰ ਦੇ ਵਿੱਚ, ਪਾਵਰ ਕੋਰੀਡੋਰ ਦੇ ਵਿੱਚ ਇੱਕ ਜਮਾਵੜਾ ਇਕੱਠਾ ਹੋ ਜਾਂਦਾ ਤੇ ਫਿਰ ਉਹ ਬੌਸ ਨੂੰ ਇਹ ਜਚਾਉਣ ਲੱਗ ਪੈਂਦਾ ਕਿ ਤੁਹਾਡੇ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ, ਉਹ ਡੈਮੋਕ੍ਰੇਸੀ ਲਈ ਬਹੁਤੀ ਚੰਗੀ ਗੱਲ ਨਹੀਂ ਹੈ। ਬਿਲਕੁਲ ਸਹੀ। ਉਹਦੇ ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਆ, ਔਰ ਕਾਂਗਰਸ ਪਾਰਟੀ ਜਿਹੜੀ ਆ ਕਲੈਕਟਿਵ ਲੀਡਰਸ਼ਿਪ ਦੀ ਵੀ ਜੇ ਗੱਲ ਕਰਦੀ ਆ। ਔਰ ਦੂਸਰਾ ਤੁਸੀਂ ਇਹ ਗੱਲ ਕਹੀ ਸੀ ਕਿ ਹਾਂ ਵੀ ਇਹ ਜਿਹੜੀਆਂ ਜਥੇਬੰਦੀਆਂ ਹੈਗੀਆਂ, ਮੇਰਾ ਖਿਆਲ ਹੈ ਕਿ ਮੈਂ ਆਈ ਡੈਲਟ ਵਿਦ ਦੈਮ 10-10 12-12 15-15 ਮੀਟਿੰਗ ਵੀ ਕਰ ਲਈਆਂ, ਔਰ ਉਹਦਾ ਸੋਲੂਸ਼ਨ ਵੀ ਸਾਹਮਣੇ ਆ। 31,000 ਪੋਸਟਾਂ ਜਿਹੜੀਆਂ, ਉਹਦੇ ਵਿੱਚੋਂ 12,880 ਜਿਹੜੀਆਂ ਉਹਦੀਆਂ ਭਰਤੀ ਵੀ ਸ਼ੁਰੂ ਕਰ ਲਈ ਆ, ਔਰ ਜਿਹੜੀ ਕੋਰਟ ਦੇ ਵਿੱਚ ਸੀ ਉਹਦੇ ਜੋ ਰਿਜ਼ਲਟਸ ਆਏ ਹੈਗੇ ਆ ਉਹ ਵੀ ਅਸੀਂ ਸੌਰਟ ਆਊਟ ਕਰ ਲਏ ਆ, ਤਾਂ ਕਿ ਜਿਹੜਾ ਇੱਕ 66-35 ਸੀ, 23-64 ਸੀ, 83-93 ਸੀ, ਉਹਦੇ ਵਿੱਚ ਜੋ ਕੋਰਟ ਨੇ ਵਰਡਿਕਟ ਦਿੱਤਾ ਸੀ ਉਹਦੇ ਤੇ ਵੀ ਕੰਮ ਕਰ ਲਿਆ। ਔਰ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਗੱਲ ਹੈਗੀ ਆ। ਔਰ ਉਹਦੇ ਤੋਂ ਬਾਵਜੂਦ ਵੀ ਜੇ ਕੋਈ ਪੋਲੀਟੀਕਲੀ ਇਹਨੂੰ ਜਿਸ ਤਰ੍ਹਾਂ ਵੀ ਦੇਖਣਾ ਚਾਹਵੇ, ਉਹ ਕੋਈ, ਮੈਂ ਤਾਂ ਹਮੇਸ਼ਾ ਚੈਲੰਜਸ ਐਕਸੈਪਟ ਕਰਦਾ। ਮੈਂ ਮੰਗ ਕੇ ਲਿਆ ਇਹ ਮਹਿਕਮਾ, ਇਸ ਕਰਕੇ ਲਿਆ ਵੀ ਲੈਟ ਅਸ ਵਰਕ ਔਨ ਆਵਰ ਐਜੂਕੇਸ਼ਨ ਸਿਸਟਮ, ਕਿਉਂਕਿ ਦੁਨੀਆ ਦੇ ਉੱਤੇ ਜਿੱਥੇ ਵੀ ਚੇਂਜਸ ਆਈਆਂ ਉਹ ਐਜੂਕੇਸ਼ਨ ਸਿਸਟਮ ਦੇ ਦੁਆਰਾ ਹੀ ਆਈਆਂ, ਕਿਉਂਕਿ ਬੱਚੇ ਨੂੰ ਅਸੀਂ ਹਿਊਮਨ ਰਿਸੋਰਸਿਸ ਨੂੰ ਜਿਹੋ ਜਿਹਾ ਬਣਾਵਾਂਗੇ, ਹਿਊਮਨ ਰਿਸੋਰਸਿਸ ਉਹੋ ਜਿਹਾ ਬਣ ਜੂ। ਜੇ ਅਸੀਂ ਹਿਊਮਨ ਰਿਸੋਰਸਿਸ ਵਧੀਆ ਨਾ ਬਣਾ ਸਕੇ ਤਾਂ ਫਿਰ ਸਾਡੀ ਇਹ ਬਾਕੀ ਦੀ ਡਿਵੈਲਪਮੈਂਟ ਵੀ ਬਹੁਤੀ ਚੰਗੀ ਨਹੀਂ ਹੈ। ਮੈਂ ਤਾਂ ਆਪਣੇ ਜਿਹੜੇ ਕੈਬਨਿਟ ਕੁਲੀਗਸ ਹੈ, ਚੀਫ ਮਿਨਿਸਟਰ ਹੈ ਜਾਂ ਪ੍ਰਧਾਨ ਸਾਹਿਬ ਹੈ, ਮੈਂ ਉਹਨਾਂ ਨੂੰ ਹਮੇਸ਼ਾ ਇਹ ਕਿਹਾ ਕਿ ਆਪਾਂ ਇਹਦੇ ਵਿੱਚ ਹੋਰ ਇਨਵੈਸਟਮੈਂਟ ਕਰੀਏ। ਇਟ ਇਜ਼ ਅ ਫਿਊਚਰ ਇਨਵੈਸਟਮੈਂਟ, ਇਹ ਬੱਚਿਆਂ ਤੇ ਇਨਵੈਸਟਮੈਂਟ ਹੈ, ਉਹਦੇ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਐਂਡ ਸਕਾਈ ਇਜ਼ ਦਾ ਲਿਮਿਟ, ਇਹਦੇ ਤੇ ਕੋਈ ਕਿਉਂਕਿ ਮੈਂ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹ ਹਮੇਸ਼ਾ ਐਕਸੈਪਟ ਕਰਦਾ ਹੁੰਨਾ, ਉਹਦੇ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦਾ ਹੁੰਨਾ। ਜਿਹੜੀ ਗੱਲ ਨਹੀਂ ਕਰਨ ਵਾਲੀ ਹੁੰਦੀ ਉਹ ਚਾਹੇ ਕੋਈ ਜਿੱਧਰ ਨੂੰ ਮਰਜੀ ਜਿੱਦਾਂ ਮਰਜੀ ਆ ਜਾਵੇ, ਮੈਂ ਉਹਨੂੰ ਕਦੀ ਵੀ ਐਕਸੈਪਟ ਨਹੀਂ ਕਰਦਾ। ਇਹ ਠੀਕ ਆ ਵੀ ਜਦੋਂ ਕਈ ਵਾਰੀ ਨੰਬਰ ਆਫ ਐਪਲੀਕੈਂਟਸ ਵੱਧ ਹੋਣ ਤੇ ਕਈ ਵਾਰੀ ਮੈਰਿਟ ਨੂੰ ਬਹੁਤ ਬਰੀਕੀ ਨਾਲ ਅਸੈਸ ਕਰਨਾ ਪੈਂਦਾ, ਔਰ ਉਹਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਵੀ ਹੋਣੀ ਕੋਈ ਸੁਭਾਵਿਕ ਗੱਲ ਹੈ, ਕੋਈ ਅਨਯੂਜੂਅਲ ਗੱਲ ਨਹੀਂ ਹੈਗੀ। ਕਿਉਂਕਿ ਕੋਈ ਬੰਦਾ ਕਿਸੇ ਤਰ੍ਹਾਂ ਐਂਗਲ ਦੇਖਦਾ, ਕੋਈ ਕਿਸੇ ਐਂਗਲ ਤੋਂ ਦੇਖਦਾ। ਇਹ ਤਾਂ ਜਿਹੜੇ ਉੱਥੇ ਜਿਹੜੇ ਸਿਆਣੇ ਬੰਦੇ ਬੈਠੇ ਹੈਗੇ ਆ ਉਹ ਅਸੈਸ ਕਰਕੇ ਤੇ ਮੈਨੂੰ ਲੱਗਦਾ ਕਿ ਜੋ ਬੈਸਟ ਕੈਂਡੀਡੇਟ ਆ ਉਹ ਹੀ ਪੰਜਾਬ ਨੂੰ ਦੇਣਗੇ। ਨਹੀਂ ਦੇਖੋ, ਮੈਂ ਜਿੰਨਾ ਚਿਰ ਉੱਥੇ ਉਸ ਜਗ੍ਹਾ ਨੂੰ ਜਾਂ ਉਹੋ ਜਿਹੀ ਸਿਚੁਏਸ਼ਨ ਨੂੰ ਆਪ ਨਹੀਂ ਅਸੈਸ ਕਰ ਲੈਂਦਾ, ਮੈਂ ਉਹਦੇ ਤੇ ਬਹੁਤਾ ਆਨਸਰ ਨਹੀਂ ਕਰ ਸਕਦਾ। ਬਟ ਜਿੰਨੀਆਂ ਕੁ ਗੱਲਾਂ ਮੈਂ ਦੇਖੀਆਂ, ਸੁਣੀਆਂ, ਸਮਝੀਆਂ, ਉਹਦੇ ਵਿੱਚ ਲੈਪਸ ਤਾਂ ਸੀਗਾ। ਲੇਕਿਨ ਹਰਪ੍ਰੀਤ ਜੀ, ਤੁਹਾਨੂੰ ਵੀ ਪਤਾ ਕਿ 48 ਆਵਰਸ ਜਿੰਨੀਆਂ ਅਲੱਗ-ਅਲੱਗ ਏਜੰਸੀਜ਼ PM ਦੀ ਸਿਕਿਉਰਿਟੀ ਦੇ ਵਿੱਚ ਹੁੰਦੀਆਂ, ਉਹ ਸਾਰੀਆਂ ਕੋਆਰਡੀਨੇਟ ਕਰਕੇ ਤੇ ਉਹ ਹੀ ਸਾਰਾ ਕੁਝ ਫਾਈਨਲਾਈਜ਼ ਕਰਦੀਆਂ ਹੈਗੀਆਂ। ਸੋ ਮੈਂ ਨਹੀਂ ਸਮਝਦਾ ਕਿ ਇਹੋ ਜੀ ਗੱਲ ਪ੍ਰਾਈਮ ਮਿਨਿਸਟਰ ਜੀ ਦੀ ਸਿਕਿਉਰਿਟੀ ਦੇ ਵਿੱਚ ਇਹੋ ਜਿਹੇ ਲੈਪਸ ਨਹੀਂ ਹੋਣੇ ਚਾਹੀਦੇ। ਮੈਂ ਇਸ ਗੱਲ ਨਾਲ, ਇਨਫੈਕਟ ਜਿੱਦਣ ਇਹ ਪਹਿਲੇ ਦਿਨ ਵੀ ਗੱਲ ਹੋਈ ਸੀ, ਆਈ ਵਾਸ ਦਾ ਫਰਸਟ ਪਰਸਨ ਕਿ ਹਾਂ ਵੀ ਇਹ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਗਲਤੀ ਕਿਸੇ ਦੀ ਵੀ ਹੈ। ਔਰ ਉਹ ਇਨਵੈਸਟੀਗੇਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਸਾਰਾ ਕੁਝ ਸਾਹਮਣੇ ਆ ਜਾਊਗਾ। ਹਰਪ੍ਰੀਤ ਜੀ, ਮੈਂ ਤਾਂ ਇਹ ਪਹਿਲਾਂ ਹੀ ਗੱਲ ਕਹਿਣ ਡਿਆ ਕਿ ਜਿੰਨੀਆਂ ਏਜੰਸੀਜ਼ ਹੈਗੀਆਂ, ਈਵਨ ਕਿ ਉਸ ਸਮੇਂ ਤਾਂ ਈਵਨ 에ਅਰ ਟ੍ਰੈਫਿਕ ਨੂੰ ਵੀ ਕੰਟਰੋਲ ਕੀਤਾ ਜਾਂਦਾ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਮੂਵਮੈਂਟ ਹੁੰਦੀ ਆ। ਸੋ ਇਹਦੇ ਵਿੱਚ ਜਿਹੜੀਆਂ ਏਜੰਸੀਜ਼ ਵੀ ਹੈਗੀਆਂ, ਜਿਹਨੇ ਵੀ ਕੋਈ ਨਾ ਕੋਈ ਗਲਤ ਉਹਦੇ ਵਿੱਚ ਰੋਲ ਪਲੇ ਕੀਤਾ ਹੈਗਾ, ਉਹਨੂੰ ਫਿਕਸ ਕਰਨਾ ਚਾਹੀਦਾ ਔਰ ਸਟ੍ਰਿਕਟ ਐਕਸ਼ਨ ਜਿਹੜਾ ਆ ਉਹ ਹੋਣਾ ਚਾਹੀਦਾ। ਮੈਂ ਤਾਂ ਇਸ ਗੱਲ ਨਾਲ ਸਹਿਮਤ ਹੈਗਾ। ਪਰ ਜਦੋਂ ਦੂਸਰੀ ਗੱਲ ਆਉਂਦੀ ਆ ਨਾ, ਜਦੋਂ ਪੋਲੀਟੀਕਲ ਗੱਲ ਆਉਂਦੀ ਆ,
ਤੇ ਉਹਦੇ ਵਿੱਚ ਕਿਉਂਕਿ ਛਾਂਕੇ ਹੋਰ ਕਿਤੇ ਵੱਧ ਜਾਂਦੇ ਆ, ਉਹ ਇਸ ਕਰਕੇ ਵੱਧ ਜਾਂਦੇ ਆ ਵੀ 70,000 ਦੀ ਜਗ੍ਹਾ 700, ਹੁਣ ਪ੍ਰਾਈਮ ਮਿਨਿਸਟਰ 700 ਬੰਦੇ ਨੂੰ ਤਾਂ ਐਡਰੈਸ ਨਹੀਂ ਨਾ ਕਰ ਸਕਦੇ। ਸੋ ਉਹ ਤਾਂ ਕਿਤੇ ਨਾ ਕਿਤੇ ਪੋਲੀਟੀਕਲ ਕਾਲ ਜੇ ਸਾਡੇ ਕਿਸੇ ਨੇ ਵੀ ਲਈ ਆ, ਤੇ ਮੈਨੂੰ ਲੱਗਦਾ ਉਸ ਤੇ ਵੀ ਡਿਸਕਸ਼ਨ ਤਾਂ ਹੋਣੀ ਸੁਭਾਵਿਕ ਹੀ ਆ। ਔਰ ਸਭ ਤੋਂ ਵੱਡੀ ਡਿਸਕਸ਼ਨ ਤਾਂ ਜਦੋਂ ਮੀਡੀਆ ਕਰਨ ਲੱਗ ਪੈਂਦਾ, ਤੇ ਫਿਰ ਮੈਨੂੰ ਲੱਗਦਾ ਵੀ ਉਦੋਂ ਮੀਡੀਆ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ। ਇਹ ਤੁਹਾਡੀ ਗੱਲ ਠੀਕ ਹੈਗੀ ਆ, ਕਿਉਂਕਿ ਸਾਡੇ ਬਹੁਤ ਜਿਹੜੇ, ਕਿਉਂਕਿ 60-40 ਦੀ ਰੇਸ਼ੋ ਨਾਲ ਜਿਹੜਾ ਪਹਿਲੇ ਇਨੀਸ਼ੀਅਲ ਸਟੇਜਸ ਤੇ ਜਿਹੜਾ ਸਾਰਾ ਕੁਝ ਤੈਅ ਹੋਇਆ ਸੀਗਾ, ਉਹਦੇ ਵਿੱਚ ਕਾਫੀ ਕਮੀ ਪੇਸ਼ੀਆਂ ਆਈਆਂ ਹੈਗੀਆਂ। ਬਟ ਮੈਂ ਉਹਨੂੰ, ਕਿਉਂਕਿ ਅਸੀਂ ਸਾਰੇ ਕਾਲਜਸ ਦੇ ਜਿਹੜੇ ਸਟੂਡੈਂਟ ਹੈ, ਜਿਹੜੇ ਵੀ ਪੰਜਾਬ ਨਾਲ ਅਫੀਲੀਏਟਡ ਹੈਗੇ ਆ, ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਹੈਗੇ ਆ, ਮੈਂ ਫਿਰ ਵੀ ਉਹਦੇ ਚ ਕਲੈਰੀਫਿਕੇਸ਼ਨ ਲੈ ਲੂੰਗਾ ਕਿ ਹਾਂ ਵੀ ਜੇ ਕੋਈ ਇਦਾਂ ਦੀ ਕੋਈ ਗਲਤੀ ਹੈਗੀ ਆ ਤੇ ਸਾਨੂੰ ਉਹਨੂੰ ਕਰੈਕਟ ਕਰਨਾ ਚਾਹੀਦਾ, ਰੈਕਟੀਫਾਈ ਕਰਨਾ ਚਾਹੀਦਾ, ਤਾਂ ਕਿ ਸਾਡੀ ਜਿਹੜੀ 60% ਰੇਸ਼ੋ ਹੈਗੀ ਆ ਉਹ ਮੇਨਟੇਨ ਵੀ ਹੋ ਸਕੇ। ਔਰ ਜਿਹੜੇ ਬਾਕੀ ਡਿਪਾਰਟਮੈਂਟਸ ਹੈਗੇ ਆ ਉਹਦੇ ਵਿੱਚ ਵੀ ਅਸੀਂ 60% ਲਈ, ਕਿਉਂਕਿ ਇਹਦੇ ਤੇ ਮੈਂ ਤੁਹਾਡੀ ਗੱਲ ਨਾਲ ਕਾਫੀ ਹੱਦ ਤੱਕ ਸਹਿਮਤ ਆ ਵੀ ਸਾਨੂੰ ਇਹਦੇ ਤੇ ਹੋਰ ਸੁਹਿਰਦਤਾ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ, ਤਾਂ ਕਿ ਜਿਹੜਾ ਸਾਡਾ ਕਲੇਮ ਹੈ, ਜਿਹੜਾ 60% ਦਾ ਕਲੇਮ ਹੈ, ਕਿਉਂਕਿ ਕਈ, ਮੈਂ ਵੀ ਡਿਪਾਰਟਮੈਂਟ ਦੇ ਵਿੱਚ ਸੁਣਿਆ ਹੈਗਾ ਕਿ ਕਈ ਕਾਰਪੋਰੇਸ਼ਨਸ ਦੇ ਵਿੱਚ ਜਾਂ ਹੋਰ ਕਈ ਡਿਪਾਰਟਮੈਂਟ ਦੇ ਵਿੱਚ ਉੱਥੇ 60-40 ਦੀ ਰੇਸ਼ੋ ਜਿਹੜੀ ਮੇਨਟੇਨ ਨਹੀਂ ਕੀਤੀ ਜਾ ਸਕਦੀ, ਜਿਹੜੀ ਕਿ ਮੈਨੂੰ ਲੱਗਦਾ ਸਾਡੇ ਵੱਲੋਂ ਇਹ ਕਿਤੇ ਨਾ ਕਿਤੇ ਗਲਤੀ ਹੈਗੀ ਆ। ਉਸ ਗਲਤੀ ਨੂੰ ਸਾਨੂੰ ਰੈਕਟੀਫਾਈ ਕਰਕੇ ਤੇ ਸਾਨੂੰ ਅੱਗੇ ਵਧਣ ਦੀ ਜ਼रूरत हैगी है। उसमें मैं इसकी कैलकुलेशन थोड़ी सी आपके साथ साझा कर सकता हूँ, क्योंकि जो किसानों की पार्टी है और जो कहीं ना कहीं आपके रिबेल हैं, वो भी 117 सीटों पर अपने कैंडिडेट खड़े कर रहे हैं। और जो बीजेपी है, कैप्टन अमरिंदर सिंह जी स्पॉन्सर्ड हैं, वो भी अपने 117 पे वो खड़े कर रहे हैं। और अकाली दल, बीएसपी, कांग्रेस एंड आप तो है ही, ये 5 तो सीधी सीधी है। हो सकता कि क्योंकि ऐसा माहौल बना हुआ है जिसमें बहुत से लोग ट्राई करना चाहते हैं कि हमने पंजाब की सेवा करनी है, जैसे कैप्टन अमरिंदर सिंह जी कह रहे हैं। क्योंकि ये कुछ हमारे ऐसे लीडर हैं, जब ये सत्ता में होते हैं उस टाइम तो कम कम करते हैं, लेकिन जब ये सत्ता से बाहर निकल जाते हैं उस टाइम ये जरूर कहते हैं कि हमने पंजाब की सेवा करनी है। भाई जब सत्ता में थे आपको किसने रोका था कि आप पंजाब की सेवा ना करो?